ਪ੍ਰਦੇਸ਼ ਟਾਈਮ ਨੂੰ ਦੇਖਣ ਵਾਲੇ ਸਾਰੇ ਹੀ ਦਰਸ਼ਕਾਂ ਨੂੰ ਪਰਮਪਾਲ ਸਿੰਘ ਵੱਲੋਂ ਸਤਿ ਸ੍ਰੀ ਅਕਾਲ, ਨਮਸਕਾਰ ਤੇ ਆਦਾਬ। ਦੋਸਤੋ, ਕਾਫੀ ਦਿਨ ਹੋ ਗਏ ਮੈਂ ਇਸ ਜਿਹੜਾ ਅੰਕ ਆਪਣਾ ਸ਼ੁਰੂ ਕੀਤਾ ਹੋਇਆ ਸੀਗਾ, ਜਿਸ ਦੇ ਵਿੱਚ ਅਸੀਂ ਵਿਆਹ ਦੀਆਂ ਰਸਮਾਂ, ਖਾਸ ਕਰ ਪੰਜਾਬੀ ਵਿਆਹਾਂ ਦੀਆਂ ਰਸਮਾਂ ਜਿਹੜੀਆਂ ਸੀਗੀਆਂ ਉਹ ਅਸੀਂ ਦੱਸਿਆ ਕਰਦੇ ਸੀਗੇ। ਤੇ ਪਿਛਲੇ 2 ਮਹੀਨੇ ਤੋਂ ਰੁਝੇਵੇਂ ਇੰਨੇ ਹੋ ਗਏ ਕਿ ਮੈਂ ਉਸ ਨੂੰ ਅੱਗੇ ਨਹੀਂ ਲਿਜਾ ਸਕਿਆ। ਤਾਂ ਅੱਜ ਆਪਾਂ ਇਸ ਅੰਕ ਦੇ ਵਿੱਚ ਨਾ 7ਵੀਂ ਜਿਹੜੀ ਹੈਗੀ ਹੈ ਕਿਸ਼ਤ, ਉਹ ਤੁਹਾਨੂੰ ਆਪਾਂ ਥੋੜ੍ਹਾ ਜਿਹਾ ਵਿਚਾਰ ਕਰਦੇ ਹਾਂ ਕਿ ਕਿੰਨੇ ਮਤਲਬ ਕਿਹੜੇ ਸਾਡੇ ਰਸਮ ਰਿਵਾਜ ਹੁੰਦੇ ਸੀਗੇ। ਇਸ ਦੇ ਵਿੱਚ ਤੁਸੀਂ ਪਹਿਲਾਂ ਦੇਖਿਆ ਹੈਗਾ ਜਿਹੜੀ ਅਖੀਰਲੀ ਕਿਸ਼ਤ ਸੀਗੀ ਆਪਣੀ, ਉਸ ਦੇ ਵਿੱਚ ਮਤਲਬ ਨਿਉਂਦਾ ਪਾਉਣਾ ਹੈ ਨਾ, ਤੇ ਜਿਹੜਾ ਪਰੋਸਣਾ, ਤੇ ਇਹ ਸਾਰੇ ਅਸੀਂ ਰਸਮ ਜਿਹੜੇ ਸੀਗੇ ਅਸੀਂ ਕੀਤੇ ਸੀਗੇ, ਜਿਹਦੇ ਵਿੱਚ ਵਟਣਾ ਮਲਣਾ ਵੀ ਥੋੜ੍ਹਾ ਬਹੁਤਾ ਆਇਆ ਸੀਗਾ। ਲੇਕਿਨ ਅੱਜ ਅਸੀਂ ਨਾ ਉਸ ਦੇ ਨਾਲ ਹੀ ਮਤਲਬ ਸਾਂਝ ਪਾਉਂਦੇ ਹੋਏ ਜਿਹੜੇ ਅਗਲੇ ਰਸਮ ਰਿਵਾਜ ਆ ਉਹਨਾਂ ਦੇ ਵਿੱਚ ਅਸੀਂ ਵਿਚਾਰ ਕਰਦੇ ਹਾਂ, ਦੱਸਦੇ ਹਾਂ ਤੁਹਾਨੂੰ ਕਿ ਕਿਸ ਤਰ੍ਹਾਂ ਪੁਰਾਣੇ ਵਿਆਹ ਹੁੰਦੇ ਸੀ, ਕਿਸ ਤਰ੍ਹਾਂ ਸਾਡੇ ਪੰਜਾਬੀ ਵਿਆਹ ਨਾ ਜਿਹੜੇ ਇਹ ਬਹੁਤ ਹੀ ਵਧੀਆ ਰੌਚਕ ਆਪਣੇ ਰੀਤੀ ਰਿਵਾਜ ਸੀਗੇ, ਜਿਹੜੇ ਅੱਜ ਦੇ ਦਿਨਾਂ ਦੇ ਵਿੱਚ ਵੀ ਚੱਲਦੇ ਆ। ਪਰ ਉਸ ਦੇ ਪਿੱਛੇ ਕੀ ਲੌਜਿਕ ਹੈ ਜਾਂ ਉਹਦੇ ਪਿੱਛੇ ਜਦ ਕੀ ਹੈ, ਉਹ ਸਾਨੂੰ ਅਜੇ ਵੀ ਨਹੀਂ ਪਤਾ। ਮੈਨੂੰ ਵੀ ਨਹੀਂ ਹੋ ਸਕਦਾ ਨਹੀਂ ਪਤਾ ਹੁੰਦਾ, ਪਰ ਮੈਂ ਕਈ ਵਾਰੀ ਖੋਜ ਕਰਦਾ ਉਸ ਲੱਭਣ ਦੀ ਕੋਸ਼ਿਸ਼ ਕਰਦਾ। ਤੇ ਪਰ ਚਲੋ ਆਪਾਂ ਦੇਖਦੇ ਹਾਂ, ਰਲ ਮਿਲ ਕੇ ਆਪਾਂ ਸਾਰੇ ਜਣੇ ਵਿਚਾਰਾਂਗੇ। ਜੇ ਕੋਈ ਤੁਹਾਡੇ ਵੱਲੋਂ ਕੋਈ ਕੌਮੈਂਟਸ ਹੋਵੇ, ਕੋਈ ਕਿਸੇ ਕਿਸਮ ਦਾ ਰਚਨਾਤਮਕ ਕੋਈ ਸਲਾਹ ਮਸ਼ਵਰਾ ਹੋਵੇ, ਉਹ ਤੁਸੀਂ ਬਗੈਰ ਝਿਜਕ ਦੇ ਸਕਦੇ ਆ। ਹਮੇਸ਼ਾ ਹੀ ਸਾਡਾ ਜਿਹੜਾ ਨੰਬਰ ਹੈਗਾ ਤੇ ਈਮੇਲ ਹੈ ਜਿਹੜੀ ਉਹ ਆਉਂਦੀ ਰਹਿੰਦੀ ਹੈ ਸਕਰੀਨ ਦੇ ਉੱਤੇ, ਤੇ ਉੱਥੇ ਤੁਸੀਂ ਕਾਲ ਕਰਕੇ ਦੱਸ ਸਕਦੇ ਹੋ। ਤਾਂ ਚਲੋ ਇਸੇ ਸ਼੍ਰੰਖਲਾ ਦੇ ਵਿੱਚ, ਇਸੇ ਅੰਕ ਦੇ ਵਿੱਚ ਆਪਾਂ ਅੱਗੇ ਵਧੀਏ। ਤਾਂ ਅੱਜ ਜਿਹੜਾ ਮੈਂ ਤੁਹਾਨੂੰ ਦੱਸਣਾ ਹੈਗਾ ਉਹ ਹੈਗਾ, ਬੜੀਆਂ ਵਧੀਆ ਰਸਮਾਂ ਨੇ। ਇੱਕ ਤਾਂ ਨਾਈ ਧੋਈ ਹੁੰਦੀ ਹੈ, ਨਾਈ ਧੋਈ ਤੋਂ ਬਾਅਦ ਉਹਦੇ ਨਾਲ ਚੱਪੜੀਆਂ ਜਿਹੜੀਆਂ ਭੰਨਣਾ ਉਹਨਾਂ ਵੀ ਕਹਿੰਦੇ ਹੈਗੇ ਆ, ਉਹ ਵੀ ਇਹਦੇ ਨਾਲ ਹੀ ਸੰਬੰਧਿਤ ਰੱਖਦੀ ਹੈ। ਤੇ ਇੱਕ ਮੈਂ ਤੁਹਾਨੂੰ ਦੱਸੂਗਾ ਸੁਰਮਾ ਪਾਉਣਾ ਹੈ ਨਾ, ਸੁਰਮਾ ਪਾਉਣਾ। ਇਹ ਜਿਹੜੀ ਰਸਮ ਹੈ ਨਾ, ਜਿਹੜੀ ਨਾਈ ਧੋਈ ਹੈ, ਇਹ ਅਸਲ ਵਿੱਚ ਜੰਨ ਦੇ ਲਈ ਤਿਆਰ ਕਰਨ ਦੇ ਲਈ ਹੁੰਦੀ ਹੈ ਕਿ ਮੁੰਡੇ ਨੇ ਜੰਨ ਚੜ੍ਹਨਾ। ਇਸੇ ਤਰੀਕੇ ਨਾਲ ਹੀ ਲੜਕੀ ਦੇ ਜਾਣੀ ਵਿਆਹ ਦੇ ਸਮੇਂ ਜਾਣੀ ਨਾਈ ਧੋਈ ਹੁੰਦੀ ਹੈ ਕਿ ਅਸੀਂ ਉਸ ਵਿਆਹ ਦੇ ਲਈ ਹੁਣ ਤਿਆਰ ਕਰਨਾ ਲੜਕੀ ਨੂੰ। ਠੀਕ ਹੈ, ਦੋਨੇ ਹੀ, ਲੜਕਾ ਚਾਹੇ ਲੜਕੀ ਦਾ, ਦੋਨਾਂ ਦਾ ਵਿਆਹ, ਮੁੰਡਾ ਕੁੜੀ ਦਾ, ਦੋਨਾਂ ਹੀ ਵਿਆਹਾਂ ਦੇ ਵਿੱਚ, ਦੋਨਾਂ ਹੀ ਘਰਾਂ ਦੇ ਵਿੱਚ ਇਹ ਜਿਹੜੀ ਰਸਮ ਹੈ ਨਾਈ ਧੋਈ ਕੀਤੀ ਜਾਂਦੀ ਹੈ। ਇੱਕ ਕੌਲ ਹੈਗਾ, ਬੜਾ ਹਾਸੇ ਵਾਲੀ ਗੱਲ ਹੈਗੀ ਹੈ ਵੀ ਜਿਹੜਾ ਇਨਸਾਨ ਹੈਗਾ ਨਾ, ਇਸ ਨੇ ਜਦੋਂ ਇਹ ਜੰਮਿਆ ਉਦੋਂ ਨਵਾਈ ਧੋਈ ਇਹਦੀ ਹੋਈ ਜਿਹੜੀ ਉਹ ਨਹੀਂ ਦੇਖੀ ਗਈ ਹੈ ਨਾ। ਤਾਂ ਇੱਕ ਜਦੋਂ ਇਸ ਨੇ ਦੁਨੀਆ ਤੋਂ ਜਾਣਾ ਹੈਗਾ, ਉਸ ਤੋਂ ਬਾਅਦ ਜਿਹੜੀ ਨਾਈ ਧੋਈ ਹੁੰਦੀ ਆ ਉਹ ਵੀ ਨਹੀਂ ਇਹਨੇ ਦੇਖ ਸਕਣੀ। ਤਾਂ ਜਿਹੜੀ ਇਹ ਤੀਜੀ ਜਿਹੜੀ ਹੈਗੀ ਹੈ ਨਾ ਨਾਈ ਧੋਈ, ਇਸ ਬੰਦੇ ਨੇ ਆਪ ਜਾਣੀ ਹੁੰਦੀ ਹੈ, ਇਨਸਾਨ ਨੇ ਆਪ ਜਾਣੀ ਹੁੰਦੀ ਹੈ। ਮੁੰਡਾ ਕੁੜੀ ਆਪ ਦੇਖ ਸਕਦੇ ਆ ਕਿਉਂਕਿ ਆਪ ਨਾਈ ਧੋਈ ਕਰਦੇ ਆ। ਇਹ 3 ਨਾਈ ਧੋਈਆਂ ਜਿਹੜੀਆਂ ਹੈਗੀਆਂ, ਇੱਕ ਕੌਲ ਹੈ ਵੀ ਮਤਲਬ ਇਸ ਨੂੰ ਪ੍ਰਮੁੱਖ ਮੰਨਿਆ ਜਾਂਦਾ। ਚਲੋ ਖੈਰ, ਆਪਾਂ ਵਿਆਹ ਸ਼ਾਦੀਆਂ ਦੀ ਜਿਹੜੀ ਨਾਈ ਧੋਈ ਆ ਉਹਦੇ ਵੱਲ ਆਈਏ। ਦੇਖੋ, ਮੈਂ ਪਹਿਲਾਂ ਮੁੰਡੇ ਦੇ ਵਿਆਹ ਦੇ ਮਤਲਬ ਕਿ ਵਿੱਚ ਜਿਹੜੀ ਨਾਈ ਧੋਈ ਆ ਉਹਦੇ ਬਾਰੇ ਥੋੜ੍ਹਾ ਦੱਸਦਾ। ਵੈਸੇ ਲੜਕੀ ਦੇ ਬਾਰੇ ਵੀ ਲਗਭਗ ਉੱਦਾਂ ਹੀ ਹੁੰਦਾ। ਕੀ ਕੀਤਾ ਜਾਂਦਾ ਹੈ ਕਿ ਵਿਆਹ ਵਾਲੇ ਦਿਨ ਅਸਲ ਵਿੱਚ ਹੁੰਦਾ ਨਹੀਂ, ਵਿਆਹ ਵਾਲੇ ਦਿਨ ਨਹੀਂ, ਜਿਸ ਦਿਨ ਜੰਨ ਜਾਣੀ ਹੁੰਦੀ ਹੈ ਨਾ, ਉਸ ਦਿਨ ਹੀ ਅਸਲ ਵਿੱਚ ਨਾਈ ਧੋਈ ਕੀਤੀ ਜਾਂਦੀ ਹੈ। ਪਰ ਕਿਉਂਕਿ ਸਮੇਂ ਦੇ ਮੁਤਾਬਕ ਜਿਹੜਾ ਵਿਆਹ ਪਹਿਲਾਂ 3-4 ਦਿਨਾਂ ਦਾ ਹੁੰਦਾ ਸੀ, ਉਹ ਵਿਆਹ ਜਿਹੜਾ ਹੈਗਾ ਨਾ, ਹੁਣ ਸਮਝ ਲਓ ਕੁਛ ਘੰਟਿਆਂ ਦਾ ਹੋ ਗਿਆ ਜਾਂ 1 ਦਿਨ ਦਾ, ਕਹਿ ਲਓ 1 ਦਿਨ ਦਾ ਹੋ ਗਿਆ। ਤਾਂ ਫਿਰ ਜਿਹੜੀ ਨਾਈ ਧੋਈ ਹੈ ਜਾਂ ਤਾਂ ਬਹੁਤ ਸਵਖਤੇ ਉੱਠ ਕੇ ਮੁੰਡੇ ਨੂੰ ਕਰਾਈ ਜਾਂਦੀ ਹੈ, ਜਾਂ ਫਿਰ ਇਹ ਵੀ ਮੰਨ ਲਿਆ ਜਾਂਦਾ ਚਲੋ 1 ਦਿਨ ਪਹਿਲਾਂ ਨਾਈ ਧੋਈ ਕਰ ਲਓ ਭਾਈ, ਤੇ ਸੁਬਾਹ ਉੱਠ ਕੇ ਆਪਦਾ ਮਤਲਬ ਕਿ ਸਾਦੇ ਤੌਰ ਉੱਤੇ ਨਹਾ ਧੋ ਕੇ ਤੇ ਮੁੰਡਾ ਚਲਾ ਜਾਊਗਾ, ਜੰਨ ਚੜ੍ਹ ਜਾਊਗਾ। ਠੀਕ ਹੈ, ਤਾਂ ਚਲੋ ਨਾਈ ਧੋਈ ਕਿਵੇਂ ਕੀਤੀ ਜਾਂਦੀ ਹੈ? ਇਹ ਮੁੰਡੇ ਨੂੰ ਪਹਿਲਾਂ ਵਟਣਾ ਮਲਿਆ ਜਾਂਦਾ ਹੈ। ਮੈਂ ਤੁਹਾਨੂੰ ਪਿਛਲੀ ਵਾਰ ਦੱਸਿਆ ਸੀ ਨਾ, ਵਟਣਾ ਆਮ ਤੌਰ 'ਤੇ 5 ਦਿਨ ਪਹਿਲਾਂ, 3 ਦਿਨ ਪਹਿਲਾਂ ਤਾਂ ਘੱਟੋ ਘੱਟ ਜ਼ਰੂਰ ਕਰ ਦਿੰਦੇ ਆ ਲੜਕੇ ਨੂੰ ਤੇ ਲੜਕੀ ਨੂੰ। ਇਹ ਕੀ ਹੁੰਦਾ ਵਟਣਾ, ਇਹ ਵੀ ਦੱਸਿਆ ਸੀਗਾ ਤੁਹਾਨੂੰ ਕਿ ਹਲਦੀ ਹੁੰਦੀ ਹੈ ਤੇ ਜਿਹੜਾ ਬੇਸਨ ਹੁੰਦਾ ਤੇ ਉਸ ਦੇ ਵਿੱਚ ਸਰੋਂ ਦਾ ਤੇਲ ਪਾ ਕੇ ਉਸ ਨੂੰ ਚੰਗੀ ਤਰ੍ਹਾਂ ਮਲਿਆ ਜਾਂਦਾ। ਉਸ ਦੀ ਅਲੱਗ-ਅਲੱਗ ਅਨੁਪਾਤ ਹੁੰਦੀ ਹੈਗੀ, ਬੇਸਨ ਜ਼ਿਆਦਾ ਹੁੰਦਾ ਹੈਗਾ, ਹਲਦੀ ਥੋੜ੍ਹੀ ਹੁੰਦੀ ਹੈ, ਤੇ ਤੇਲ ਬਸ ਇੰਨਾ ਕੁ ਜਿੰਨਾ ਕੁ ਉਹ ਮਤਲਬ ਵੱਟਣ ਦੇ ਕਾਬਲ ਹੋ ਜਾਵੇ। ਤੇ ਉਸ ਨੂੰ ਫਿਰ ਇਹ ਮੱਥੇ ਤੇ, ਮੂੰਹ ਦੇ ਉੱਤੇ ਤੇ ਬਾਹਾਂ ਦੇ ਉੱਤੇ, ਤੇ ਇਸ ਤਰ੍ਹਾਂ ਕਰਕੇ ਨਾ ਉਹ ਇੱਥੇ ਵੀ ਕਈ ਵਾਰੀ ਧੌਣ ਤੇ ਵੀ ਲਾ ਦਿੰਦੇ ਆ ਵੀ ਜਿਹੜਾ ਕੁਛ ਮਤਲਬ ਕਿ ਕੱਪੜਿਆਂ ਤੋਂ ਬਾਹਰ ਦਿਸੇ।
ਇਹ ਇੱਕ ਤਰ੍ਹਾਂ ਦਾ ਪੁਰਾਣਾ ਸਾਬਣ ਹੀ ਹੁੰਦਾ ਸੀਗਾ। ਇਸ ਦੇ ਨਾਲ ਕਾਫੀ ਮੈਲ ਉਤਰ ਜਾਂਦੀ ਹੈ। ਮਤਲਬ ਬਟਨੇ ਨੂੰ ਵਟਣਾ ਇਸੇ ਕਰਕੇ ਮਿਲਿਆ ਜਾਂਦਾ ਕਿ ਜਦੋਂ ਇਸ ਨੂੰ ਇਹਦਾ ਜਿਹੜਾ ਬਣਾ ਕੇ ਨਾ ਲੇਵੀ ਜਾਨੀ ਪੇਸਟ ਇਹਨੂੰ ਅੰਗਰੇਜ਼ੀ 'ਚ ਕਹਿ ਦਿੰਦੇ ਆ, ਉਸ ਨੂੰ ਮਲਿਆ ਜਾਂਦਾ ਐਂ ਕਰਕੇ ਬਾਰ-ਬਾਰ, ਤਾਂ ਫਿਰ ਉਹ ਜਿਹੜੀ ਮੈਲ ਹੁੰਦੀ ਹੈ ਨਾ ਉਹ ਵੀ ਉਸੇ ਤਰੀਕੇ ਦੇ ਨਾਲ ਉਤਰ ਆਉਂਦੀ ਹੈ। ਅੱਛਾ, ਤਾਂ ਕਿਵੇਂ ਕੀਤਾ ਜਾਂਦਾ ਹੈਗਾ? ਇੱਕ ਚੌਂਕੀ ਬਣਾਈ ਜਾਂਦੀ ਹੈਗੀ ਹੈ ਲੱਕੜ ਦੀ, ਠੀਕ ਹੈ। ਚੌਂਕੀ ਵਾਲੀ ਵੱਡੀ ਨਹੀਂ ਹੁੰਦੀ, ਜਿਸ ਤਰ੍ਹਾਂ ਦੀ ਇੱਕ ਤਰ੍ਹਾਂ ਦੀ ਪੀੜੀ ਹੁੰਦੀ ਹੈ ਨਾ, ਉਸ ਪੀੜੀ ਵੱਡੀ ਨੂੰ ਅਸੀਂ ਆਪਾਂ ਚੌਂਕੀ ਕਹਿ ਦਿੰਦੇ ਹਾਂ, ਹੈ ਨਾ। ਪਟੜੀ ਜਿਹੜੀ ਹੁੰਦੀ ਹੈ ਨਾ, ਪਟੜੀ ਨੂੰ ਵੱਡਾ ਕਰ ਲਓ ਤਾਂ ਉਹ ਇੱਕ ਚੌਂਕੀ ਬਣ ਜਾਂਦੀ ਹੈ। ਉਹਦੇ 'ਤੇ ਬਿਠਾਇਆ ਜਾਂਦਾ ਹੈ। ਤਾਂ ਕੀ ਕੀਤਾ ਜਾਂਦਾ ਹੈਗਾ ਕਿ ਕੱਪੜੇ ਲਾਹ ਕੇ ਮੁੰਡਾ ਆ ਜਾਂਦਾ ਅਤੇ ਉਹ ਚੌਂਕੀ 'ਤੇ ਬੈਠ ਜਾਂਦਾ। ਉਸ ਦੇ ਨਾਲ ਹੀ ਨਾ ਵਟਣਾ ਮਲਣਾ ਸ਼ੁਰੂ ਕਰ ਦਿੱਤਾ ਜਾਂਦਾ ਹੈਗਾ ਚੌਂਕੀ 'ਤੇ ਬੈਠੇ ਨੇ। ਫਿਰ ਉਸ ਤੋਂ ਬਾਅਦ ਇੱਕ ਹੋਰ ਹੈਗੀ ਹੈ, ਉਹ ਵੀ ਮੈਂ ਵਿੱਚ ਹੀ ਦੱਸਦਾ, ਇੱਕ ਰਸਮ ਹੈਗੀ ਹੈ ਸਾਡੇ ਚੱਪਣੀਆਂ ਭੰਨਣਾ। ਤਾਂ ਕੀ ਕੀਤਾ ਜਾਂਦਾ ਹੈ ਕਿ ਚੱਪਣੀ ਦੋਸਤੋ, ਚੱਪਣੀ ਇੱਕ ਹੁੰਦੀ ਆ ਗੋਡੇ ਦੀ ਚੱਪਣੀ, ਹੈ ਨਾ, ਅਤੇ ਇੱਕ ਚੱਪਣੀ ਜਿਹੜੀ ਨਾ ਪਿੰਡ ਦੇ ਵਿੱਚ ਜਿਹੜੀ ਪਤਲੀ ਜਿਹੀ ਪਾਥੀ ਹੁੰਦੀ ਹੈ ਨਾ, ਉਹਨੂੰ ਵੀ ਚੱਪਣੀ ਕਹਿ ਦਿੰਦੇ ਆ, ਚੱਪਣੀਆਂ ਕਹਿ ਦਿੰਦੇ ਆ ਨਾ। ਪਰ ਮੈਂ ਇਹਨਾਂ ਦੋਨਾਂ ਚੀਜ਼ਾਂ ਦੀ ਨਹੀਂ ਗੱਲ ਕਰ ਰਿਹਾ, ਮੈਂ ਚੱਪਣੀ ਗੱਲ ਕਰ ਰਿਹਾ ਜਿਹੜਾ ਆਪਣੇ ਘੜੇ ਨੂੰ ਢੱਕਣ ਦੇ ਲਈ ਇੱਕ ਢੱਕਣ ਹੁੰਦਾ ਹੈ ਨਾ, ਉਸ ਨੂੰ ਚੱਪਣੀ ਕਹਿ ਦਿੰਦੇ ਆ ਜਾਂ ਚੱਪਣ ਵੀ ਕਹਿ ਦਿੰਦੇ ਆ। ਕਈ ਮਤਲਬ ਕਿ ਜਿਹੜਾ ਆਪਣੇ ਪੰਜਾਬ ਦੇ ਕਈ ਵੱਖੋ ਵੱਖਰੇ ਜਿਹੜੇ ਖੇਤਰ ਨੇ ਉਹਨਾਂ ਦੇ ਵਿੱਚ ਚੱਪਣ ਵੀ ਕਹਿ ਦਿੰਦੇ ਆ। ਇਹ ਚੱਪਣੀਆਂ ਹੁੰਦੀਆਂ। ਤਾਂ ਕੀ ਕੀਤਾ ਜਾਂਦਾ ਹੈਗਾ ਕਿ ਚੱਪਣੀ ਦੇ ਵਿੱਚ ਨਾ ਮਤਲਬ 8 ਜਾਂ 10 ਚੱਪਣੀਆਂ ਲਿਆ ਜਾਂਦੀਆਂ, ਹੈ ਨਾ। ਤਾਂ ਇੱਕ ਚੱਪਣੀ ਦੇ ਵਿੱਚ ਕੀ ਕਹਿੰਦਾ, ਥੋੜ੍ਹੇ ਜਿਹੇ ਚੌਲ, ਥੋੜ੍ਹੇ ਜਿਹੇ ਗੁੜ ਅਤੇ ਕੋਈ ਸਿੱਕਾ, ਭਾਣ ਜਿਹਨੂੰ ਕੋਇਨ ਜਿਹਨੂੰ ਆਪਾਂ ਕਹਿੰਦੇ ਹਾਂ, ਹੈ ਨਾ, ਉਹ ਭਾਣ ਕੁਛ ਥੋੜ੍ਹੀ ਜਿਹੀ ਵਿੱਚ ਪਾ ਦਿੰਦੇ, 2-2 3-3 ਐਵੇਂ ਸਿੱਕੇ, ਅਤੇ ਉਸ ਨੂੰ ਨਾ ਇੱਕ ਚੱਪਣ ਨੂੰ ਆਏਂ ਰੱਖ ਕੇ ਅਤੇ ਦੂਜੇ ਚੱਪਣ ਨੂੰ ਆਏਂ ਉਹਦੇ ਉੱਤੇ ਮੁੱਧਾ ਮਾਰ ਦਿੰਦੇ ਆ, ਹੈ ਨਾ। ਤਾਂ ਇਸ ਤਰ੍ਹਾਂ 4 ਜਾਂ 5 ਜੋੜੇ ਚੱਪਣੀਆਂ ਦੇ, ਅਤੇ ਵਿੱਚ ਚੌਲ, ਗੁੜ ਅਤੇ ਕੋਈ ਭਾਣ, ਜਾਂ ਅੱਜ ਕੱਲ੍ਹ ਕਈ ਵਾਰੀ ਲੱਡੂ ਵੀ ਪਾ ਦਿੰਦੇ ਆ, ਹੈ ਨਾ, ਥੋੜ੍ਹਾ ਜਿਹਾ ਭੋਰ ਕੇ, ਜੇ ਪੂਰਾ ਲੱਡੂ ਨਹੀਂ ਰੱਖਦੇ ਗੇ, ਥੋੜ੍ਹਾ ਜਿਹਾ ਭੋਰ ਕੇ, ਤਾਂ ਰੱਖ ਕੇ ਉਹਨੂੰ ਚੱਪਣੀਆਂ ਨੂੰ 4 ਜਾਂ 5 ਚੱਪਣੀਆਂ ਨੂੰ ਵੀ ਚੌਂਕੀ ਦੇ ਮੂਹਰੇ ਰੱਖ ਦਿੰਦੇ ਜਾਂਦੇ ਆ। ਇਸ ਦੇ ਨਾਲ ਹੀ ਫਿਰ ਆਪਾਂ ਦੀਵਾ ਜਗਾਉਂਦੇ ਹਾਂ ਉੱਥੇ, ਠੀਕ ਹੈ। ਵੈਸੇ ਮੈਂ ਪਤਾ ਨਹੀਂ ਮੈਨੂੰ, ਦੀਵਾ ਤਾਂ ਇੱਕ ਹੀ ਦੇਖਿਆ ਹਮੇਸ਼ਾ ਹੀ, ਅਤੇ ਪਰ ਇੱਕ ਪਿੱਛੇ ਜੇ ਮੈਂ ਵਿਆਹ ਕੀਤਾ ਸੀਗਾ, ਮਤਲਬ ਕਿ ਅਟੈਂਡ ਕੀਤਾ ਸੀਗਾ, ਉਸ ਦੇ ਵਿੱਚ ਨਾ ਉਹਨਾਂ ਨੇ 5 ਦੀਵੇ ਜਗਾਏ ਹੋਏ ਸੀ। ਹੋ ਸਕਦਾ 5 ਦਾ ਰਿਵਾਜ ਹੋਵੇ ਅੱਜ ਕੱਲ੍ਹ, ਹੈ ਨਾ। ਅਤੇ ਚਲੋ ਇਸ ਨਾਲ ਕੋਈ ਫਰਕ ਨਹੀਂ ਪੈਂਦਾ, ਦੀਵੇ ਜੋਤ ਜਗਾਉਂਦੀ ਅਸੀਂ ਮਤਲਬ ਰੱਖਦੇ ਹਾਂ ਉੱਥੇ ਚੌਂਕੀ ਦੇ ਮੂਹਰੇ। ਪਾਣੀ ਗਰਮ ਕੀਤਾ ਜਾਂਦਾ ਹੈ। ਜਿਹੜੇ ਆਪਣੇ ਉੱਥੇ ਆਏ ਹੁੰਦੇ ਆ, ਜਿਹਨੂੰ ਆਪਾਂ ਪੰਜਾਬੀ ਦੇ ਵਿੱਚ ਨੈਣ ਕਹਿ ਦਿੰਦੇ ਹਾਂ, ਹੈ ਨਾ, ਤਾਂ ਉਹਨੇ ਪਾਣੀ ਗਰਮ ਕਰਕੇ ਕੋਲ ਰੱਖਿਆ ਜਾਂਦਾ ਹੈਗਾ ਭਰ ਕੇ, ਅਤੇ ਫਿਰ ਉਸ ਨੂੰ ਬੱਚੇ ਦੀ ਤਿਆਰੀ ਜਾਣੀ ਇੱਦਾਂ ਕੀਤੀ ਜਾਂਦੀ ਹੈ ਨਵਾਉਣ ਦੀ। ਚੌਂਕੀ 'ਤੇ ਬੈਠਾ ਉਹ ਕੱਪੜੇ ਲਾਹ ਕੇ ਦੇ ਉੱਤੇ ਦੀਵੇ ਜਗਦੇ ਆ, ਚੱਪਣੀਆਂ ਪਈਆਂ ਹੈਗੀਆਂ ਮੂਹਰੇ, ਅਤੇ ਉਹ ਆਮ ਤੌਰ ਉੱਤੇ ਕੀ ਹੁੰਦਾ ਹੈ ਕਿ ਘਰ ਉਦੋਂ ਖੁੱਲ੍ਹੇ ਹੁੰਦੇ ਸੀਗੇ, ਤੁਹਾਨੂੰ ਪਤਾ ਪਿੰਡਾਂ ਦੇ, ਹੈ ਨਾ। ਤਾਂ ਉਹ ਵਿਹੜੇ ਦੇ ਵਿੱਚ ਨਾ, ਜਾਂ ਇੱਕ ਜੇ ਹਵਾ ਵਗਦੀ ਹੋਵੇ ਤਾਂ ਇੱਕ ਕੋਨੇ ਜਿਹੇ 'ਚ ਕਰਕੇ, ਮਤਲਬ ਖੁੱਲ੍ਹੇ ਥਾਂ ਦੇ ਉੱਤੇ ਉਹ ਨਾਈ ਧੋਈ ਕੀਤੀ ਜਾਂਦੀ ਹੈ। ਤਾਂ ਹੁਣ ਦੀਵੇ ਜਗਦੇ ਆ, ਚੱਪਣੀਆਂ ਪਈਆਂ, ਚੌਂਕੀ 'ਤੇ ਬੈਠਾ ਮੁੰਡਾ ਮਤਲਬ ਕਿ ਕੱਪੜੇ ਲਾਹ ਕੇ ਆਪਦੇ, ਅਤੇ ਪਾਣੀ ਗਰਮ ਕੋਲ ਪਿਆ ਵਿੱਚ, ਆਪਣੇ ਉਹਦੇ ਲੋਟਾ ਵੀ ਹੁੰਦਾ, ਅਤੇ ਉਹ ਤਿਆਰ ਹੈ ਨਾ ਜੀ। ਹੁਣ ਇਸ ਦੇ ਨਾਲ ਫਿਰ ਜਦੋਂ ਤਿਆਰ ਹੈ ਤਾਂ ਫਿਰ ਉੱਪਰ ਇੱਕ ਫੁਲਕਾਰੀ ਤਾਣੀ ਜਾਂਦੀ ਹੈ। ਵੈਸੇ ਇਸ ਦੇ ਪ੍ਰਤੀ ਇਹ ਸੋਚਿਆ ਜਾਂਦਾ ਵੀ ਜਿਹੜੀਆਂ ਬਦਰੂਹਾਂ ਹੁੰਦੀਆਂ ਨਾ, ਜਾਂ ਮਤਲਬ ਕਹਿ ਲਓ ਕਿ ਉਹ ਨਜ਼ਰ ਨਹੀਂ ਮਾਰਦੀਆਂ ਉੱਪਰ ਉਹ ਸਮਾਨ ਤੋਂ, ਕੁਛ ਇੱਦਾਂ ਦਾ ਮਤਲਬ ਸੋਚਿਆ ਜਾਂਦਾ। ਤਾਂ ਉਹ ਫਿਰ ਫੁਲਕਾਰੀ ਤਾਣੀ ਜਾਂਦੀ ਹੈ। ਤਾਂ ਫਿਰ ਸਰੀਕੇ ਵਾਲੇ ਜਿਹੜੇ ਹੁੰਦੇ ਆ ਉਹ ਸਾਰੇ ਬੁਲਾਏ ਜਾਂਦੇ ਆ। ਵੈਸੇ ਤਾਂ ਰਿਸ਼ਤੇਦਾਰ ਤਾਂ ਪਹਿਲਾਂ ਹੀ ਆਏ ਹੁੰਦੇ ਆ, ਆਸੇ ਪਾਸੇ ਦੇ ਸਰੀਕੇ ਜਿਹੜੇ ਵਾਲੇ ਹੁੰਦੇ ਆ, ਜਿਹੜੇ ਉਹ ਪਿੰਡਾਂ ਦੇ ਵਿੱਚ ਜਾਂ ਬਹੁਤ ਤੁਹਾਡੇ ਨੇੜੇ ਆ ਜਿਹੜੇ, ਉਹ ਵੀ ਆਏ ਹੁੰਦੇ ਆ, ਹੈ ਨਾ। ਤਾਂ ਫਿਰ ਸਾਰੇ ਜਣੇ ਇਕੱਠੇ ਹੋ ਕੇ ਉਸ ਫੁਲਕਾਰੀ ਦੇ ਆਲੇ ਦੁਆਲੇ ਖੜ੍ਹੇ ਹੋ ਜਾਂਦੇ ਆ, ਅਤੇ ਫਿਰ ਗੀਤ ਗਾਏ ਜਾਂਦੇ ਆ। ਹੁਣ ਗੀਤ ਨਾਈ ਧੋਈ ਦੇ ਕਈ ਨੇ, ਜਿਹਦੇ ਵਿੱਚੋਂ ਉਹ ਵੀ ਹੈਗਾ, ਕੀ ਹੁੰਦਾ, ਬੋ ਬੋ ਵਟਣਾ ਕਟੋਰੇ ਦਾ, ਇੱਦਾਂ ਦੇ ਮਤਲਬ ਗਾਣੇ ਗਾਏ ਜਾਂਦੇ ਹੈਗੇ ਆ, ਹੈ ਨਾ। ਤਾਂ ਕੁੜੀਆਂ ਜਿਹੜੀਆਂ ਹੁੰਦੀਆਂ, ਨੌਜਵਾਨ ਕੁੜੀਆਂ, ਉਹ ਵੀ ਭੈਣਾਂ ਹੋਈਆਂ ਜਿਹੜੀਆਂ ਹੈਗੀਆਂ ਹੋਰ ਰਿਸ਼ਤੇਦਾਰ ਦੇ ਵਿੱਚ ਆਈਆਂ ਹੋਈਆਂ, ਭੂਆ ਭਤੀਜੀਆਂ, ਕੋਈ ਹੋਰ, ਉਹ ਸਾਰੀਆਂ ਇਹ ਗੀਤ ਗਾਉਂਦੇ ਆ। ਸਰੀਕੇ ਵਾਲੇ ਵੀ ਸਾਰੇ ਗੀਤ ਗਾਉਂਦੇ ਹੈਗੇ ਆ ਉੱਥੇ। ਅਤੇ ਜਿੰਨੀ ਦੇਰ ਨਾਈ ਧੋਈ ਚੱਲਦੀ ਰਹਿੰਦੀ ਹੈ ਨਾ, ਤਾਂ ਉਹਨੂੰ ਬਟਨਾ ਮਲਦੇ ਰਹਿੰਦੇ ਆ, ਤਾਂ ਇਹ ਗੀਤ ਨਾਲ ਦੀ ਨਾਲ ਚੱਲਦੇ ਰਹਿੰਦੇ ਆ। ਉਸ ਤੋਂ ਬਾਅਦ ਕੀ ਹੁੰਦਾ ਹੈ ਕਿ ਹੁਣ ਚੱਪਣੀਆਂ ਭੰਨਣ ਦੀ ਇੱਕ ਰਸਮ ਹੈਗੀ ਹੈ। ਜਦੋਂ ਮੰਨ ਲਓ ਕਿ ਆਪਣਾ ਨਾਈ ਧੋਈ ਪੂਰੀ ਹੋ ਗਈ,
ਨਾਈ ਧੋਈ ਪੂਰੀ ਹੋ ਗਈ ਤਾਂ ਮਾਮਾ ਜੀ ਨੂੰ ਬੁਲਾਇਆ ਜਾਂਦਾ ਹੈ। ਜੇ ਲੜਕੀ ਦਾ ਵਿਆਹ ਹੈਗਾ ਤਾਂ ਲੜਕੀ ਦੇ ਮਾਮੇ ਨੂੰ ਬੁਲਾਇਆ ਜਾਂਦਾ, ਲੜਕੇ ਦਾ ਵਿਆਹ ਤਾਂ ਲੜਕੇ ਦੇ ਮਾਮੇ ਨੂੰ ਬੁਲਾਇਆ ਜਾਂਦਾ। ਤਾਂ ਉਹ ਮਾਮੇ ਨੇ ਕੀ ਕਰਨਾ ਹੁੰਦਾ, ਉਸ ਨੂੰ ਚੌਂਕੀ ਤੋਂ ਚੱਕ ਕੇ ਤਾਂ ਉਸ ਨੂੰ ਚੱਪੜੀਆਂ ਦੇ ਉੱਤੇ ਪੈਰ ਰੱਖਦਾ ਹੋਇਆ, ਉਹਨੂੰ ਭੰਨਦਾ ਹੋਇਆ ਤੇ ਅੰਦਰ ਘਰ ਦੇ ਲੈ ਕੇ ਜਾਂਦਾ ਹੈ। ਜਦੋਂ ਮਾਮਾ ਚੱਕਦਾ, ਹੁਣ ਕਿਉਂਕਿ ਤੁਹਾਨੂੰ ਪਤਾ ਥੋੜਾ ਬਹੁਤਾ ਗਿੱਲਾ ਹੋਇਆ ਹੁੰਦਾ ਸਾਰਾ ਕੁਝ ਹੈ ਨਾ, ਪਾਣੀ ਉਹ ਚੌਂਕੀ ਤੇ ਪੈ ਕੇ ਤੇ ਚਾਰੇ ਪਾਸੇ ਖਿੰਡਿਆ ਹੁੰਦਾ ਹੈ ਨਾ, ਤਾਂ ਉਹਨੂੰ ਬੜੇ ਬੋਝ ਕੇ ਧਿਆਨ ਜੇ ਨਾਲ ਚੱਕਣਾ ਪੈਂਦਾ। ਤੇ ਕਈ ਵਾਰੀ ਨਾ ਆਪਣਾ ਕਿਉਂਕਿ ਨਾਈ ਧੋਈ ਹੋ ਗਈ ਹੁੰਦੀ ਹੈ ਤਾਂ ਉੱਪਰ ਇੱਕ ਖੇਸ ਪਾ ਦਿੰਦੇ ਆ, ਜਿਹਨੂੰ ਚਾਦਰ ਕਹਿ ਦਿੰਦੇ ਹੈਗੇ ਆ। ਉਹ ਮਾਮਾ ਵੀ ਇੱਕ ਚਾਦਰ ਲੈ ਲੈਂਦਾ, ਫੇਰ ਉਹਨੂੰ ਚੱਕਦਾ, ਤਾਂ ਚੱਕ ਕੇ ਉਹ ਚੱਪੜੀਆਂ ਭੰਨਦਾ ਹੋਇਆ ਉਸ ਨੂੰ ਘਰੇ ਲੈ ਜਾਂਦਾ। ਜੇ ਲੜਕੀ ਹੈ ਉਸ ਨੂੰ ਵੀ ਚੱਕ ਲੈਂਦੇ ਆ ਤੇ ਚੱਕ ਕੇ ਮਾਮਾ ਮਤਲਬ ਕਿ ਉਸ ਨੂੰ ਲੈ ਜਾਂਦਾ ਹੈਗਾ ਆਪਣਾ ਘਰ ਦੇ ਵਿੱਚ ਚੱਪੜੀਆਂ ਭੰਨਦਾ ਹੋਇਆ। ਹੁਣ ਦੇਖੋ ਇੱਕ ਵਕਤ ਇਹੋ ਜਿਹਾ ਆ ਜਾਂਦਾ ਵੀ ਕਈ ਵਾਰੀ ਨਾ ਲੜਕਾ ਜਿਹੜਾ ਹੁੰਦਾ ਹੈ ਕਾਫੀ ਨਰਵਾ ਹੁੰਦਾ, ਮੋਟਾ ਤਾਜ਼ਾ ਹੁੰਦਾ, ਤੇ ਮਾਮਾ ਵਿਚਾਰਾ ਕਹਿਰੀ ਹੱਡੀ ਦਾ ਹੁੰਦਾ ਹੈ ਤੇ ਉਹਦੇ ਕੋਲੋਂ ਮਤਲਬ ਮਜਬੂਰੀ ਹੋ ਜਾਂਦੀ ਹੈ ਵੀ ਭਾਣਜਾ ਹੁਣ ਤਾਂ ਮੇਰੇ ਕੋਲੋਂ ਚੱਕਿਆ ਨਹੀਂ ਜਾਂਦਾ। ਤਾਂ ਫਿਰ ਕੀ ਕੀਤਾ ਜਾਂਦਾ ਹੈ ਕਿ ਮਾਮਾ ਨਾ ਕੋਲ ਆ ਕੇ ਤੇ ਆਪਣਾ ਹੱਥ ਫੜਾ ਦਿੰਦਾ ਹੈਗਾ ਮਾਮੇ ਨੂੰ ਵੀ ਭਾਣਜਾ ਆ ਜਾ। ਤਾਂ ਉਹ ਭਾਣਜਾ ਖੁਦ ਹੀ ਚੱਪੜੀਆਂ ਤੋੜਦਾ ਹੋਇਆ ਤਾਂ ਉਹ ਬਾਹਰ ਆ ਜਾਂਦਾ ਹੈ। ਜਿਹੜਾ ਚੱਪਣੀ ਦਾ ਲੌਜਿਕ ਹੈ ਨਾ, ਮੇਰੇ ਦਿਮਾਗ ਦੇ ਵਿੱਚ ਜਿੱਥੋਂ ਤੱਕ ਆਉਂਦਾ, ਕਿਉਂਕਿ ਮੈਂ ਸੋਚਦਾ ਹਾਂ ਕਿ ਜੀ ਜਦੋਂ ਚੌਂਕੀ ਦੇ ਉੱਤੇ ਨਹਾਉਂਦਾ ਹੈਗਾ ਬੱਚਾ ਜਿਹਦਾ ਵਿਆਹ ਹੈਗਾ, ਲੜਕਾ ਜਾਂ ਲੜਕੀ, ਤਾਂ ਉਦੋਂ ਨਾ ਚੌਂਕੀ ਦੇ ਚਾਰੇ ਪਾਸੇ ਨਾ ਉਸ ਪਟੜੀ, ਵੱਡੀ ਪਟੜੀ ਦੇ ਚਾਰੇ ਪਾਸੇ ਪਾਣੀ ਖਿੰਡ ਜਾਂਦਾ। ਤਾਂ ਪਾਣੀ ਖਿੰਡ ਜਾਂਦਾ ਤਾਂ ਫਿਰ ਕੱਚਾ, ਤਾਂ ਵਿਹੜਾ ਤਾਂ ਕੱਚਾ ਹੀ ਹੁੰਦਾ ਸੀ, ਪਹਿਲਾਂ ਕੱਚੇ ਹੀ ਘਰ ਹੁੰਦੇ ਸੀ ਹੈ ਨਾ। ਤਾਂ ਜਦੋਂ ਪਾਣੀ ਖਿੰਡ ਜਾਂਦਾ ਤਾਂ ਉਹ ਤਿਲਕਵਾਂ ਇੱਕ ਤਰ੍ਹਾਂ ਦਾ ਬਣ ਜਾਂਦਾ। ਤਾਂ ਇਹ ਚੱਪੜੀਆਂ ਮੈਨੂੰ ਲੱਗਦਾ ਕਿ ਇਸੇ ਤਰੀਕੇ ਨਾਲ ਰੱਖੀਆਂ ਹੋਣਗੀਆਂ ਵੀ ਭਾਈ ਤੂੰ ਗਾਰੇ ਦੇ ਵਿੱਚ ਆਪਦਾ ਪੈਰ ਨਾ ਰੱਖੀ, ਤਿਲਕ ਤੁਲਕ ਨਾ ਜਾਵੀਂ, ਕਿਉਂਕਿ ਭਾਣਜੇ ਨੂੰ ਚੱਕ ਕੇ ਲੈ ਕੇ ਆਉਣਾ, ਵੀ ਤੂੰ ਚੱਪੜੀਆਂ ਦੇ ਉੱਤੇ ਪੈਰ ਰੱਖ ਲਾ। ਪਰ ਇਹ ਇੱਕ ਰਿਵਾਜ ਬਣ ਗਿਆ, ਤਾਂ ਰਿਵਾਜ ਬਣ ਗਿਆ ਤਾਂ ਇਸ ਤਰ੍ਹਾਂ ਨਾਈ ਧੋਈ ਹੋਣ ਲੱਗ ਗਈ। ਤਾਂ ਹੁਣ ਦੇਖੋ, ਜਿਵੇਂ ਮੈਂ ਤੁਹਾਨੂੰ ਦੱਸਿਆ ਹੀ ਹੈ ਵੀ ਕਈ ਵਾਰੀ ਇਹ ਵੀ ਹੋ ਜਾਂਦਾ ਹੈ ਕਿ ਮਾਮਾ ਜਿਹੜਾ ਹੈਗਾ ਉਹ ਬਹੁਤ ਮੋਟਾ ਹੈ ਤੇ ਭਾਣਜਾ ਪਤਲਾ ਹੈ। ਮੋਟੇ ਬੰਦੇ ਕੋਲੋਂ ਵੀ ਕਈ ਵਾਰੀ ਨਾ ਚੱਕਣਾ ਮੁਸ਼ਕਲ ਹੋ ਜਾਂਦਾ, ਕਿਉਂਕਿ ਉਹਦਾ ਵਿਚਕਾਰ ਉਹਦਾ ਢਿੱਡ ਆ ਜਾਂਦਾ। ਇਸ ਕਰਕੇ ਵੀ ਕਈ ਵਾਰੀ ਫਿਰ ਭਾਣਜਾ ਫਿਰ ਭਾਣਜੀ ਨੂੰ ਜਾਂ ਆਪਦੇ ਭਾਣਜੇ ਨੂੰ ਹੱਥ ਫੜਾਉਂਦਾ, ਆਪਦਾ ਰਸਮ ਜ਼ਰੂਰ ਨਿਭਾਉਂਦਾ, ਉਹ ਸਗਨ ਜ਼ਰੂਰ ਕਰਦਾ ਉਹ ਇਸੇ ਤਰੀਕੇ ਦਾ ਵੀ। ਫਿਰ ਮਤਲਬ ਕਿ ਉਹਨੂੰ ਨਾਈ ਧੋਈ ਕਰਾ ਕੇ ਤੇ ਫਿਰ ਉਸ ਨੂੰ ਮਤਲਬ ਹੱਥ ਫੜਾ ਕੇ ਤੇ ਉਹ ਚੱਪੜੀਆਂ ਦੇ ਉੱਪਰ ਦੀ ਮੁੰਡਾ ਜਾਂ ਕੁੜੀ ਹੋ ਕੇ ਤੇ ਉਹ ਆਪਣੇ ਆਪ ਘਰ ਦੇ ਵਿੱਚ ਮਾਮੇ ਦੇ ਨਾਲ ਚਲੇ ਜਾਂਦੇ ਆ। ਤਾਂ ਇਸ ਟਾਈਮ ਦੇ ਵਿੱਚ ਫਿਰ ਜਿਹਦੀ ਨਾਈ ਧੋਈ ਹੋਈ ਆ ਮੁੰਡਾ ਜਾਂ ਕੁੜੀ ਦੀ, ਉਸ ਨੂੰ ਸਗਨ ਵੀ ਦਿੱਤੇ ਜਾਂਦੇ ਆ ਤੇ ਉਸ ਪਰਿਵਾਰ ਨੂੰ ਵਧਾਈਆਂ ਦਿੱਤੀਆਂ ਜਾਂਦੀਆਂ ਤੇ ਵਧਾਈਆਂ ਆਸ਼ੀਰਵਾਦ ਦਿੱਤੇ ਜਾਂਦੇ ਨੇ ਜਿਹੜੀ ਗ੍ਰੈਂਡ ਮਦਰ ਗ੍ਰੈਂਡ ਫਾਦਰ ਵੱਲੋਂ, ਜਾਣੀ ਦਾਦਾ ਦਾਦੀ ਵੱਲੋਂ। ਤਾਂ ਉਹ ਕਿਉਂਕਿ ਇਹ ਰਸਮ ਆਪਣਾ ਜਿੱਥੇ ਮੁੰਡੇ ਦੇ ਘਰੇ ਹੋਣੀ ਹੈ ਜਾਣੀ ਜਾਂ ਕੁੜੀ ਦੇ ਪੇਕੇ ਘਰੇ ਹੁੰਦੀ ਹੈ, ਤਾਂ ਇੱਥੇ ਨਾ ਉਹ ਮਤਲਬ ਨਾਨਕੇ ਵੀ ਸੱਦੇ ਗਏ ਹੁੰਦੇ ਆ ਕਿ ਚਲੋ ਤੁਸੀਂ ਪ੍ਰਾਹੁਣੇ ਹੈਗੇ ਆ, ਉਹਨਾਂ ਵੱਲੋਂ ਵੀ ਸਾਰੇ ਆਸ਼ੀਰਵਾਦ ਦਿੱਤੇ ਜਾਂਦੇ ਆ, ਉਹਨਾਂ ਵੱਲੋਂ ਸਗਨ ਵੀ ਪਾਇਆ ਜਾਂਦਾ ਹੈ। ਤੇ ਇਸੇ ਤਰੀਕੇ ਦੇ ਨਾਲ ਹੀ ਜੇ ਆਪਾਂ ਕਹੀਏ ਵੀ ਜੋਤ ਕਿਉਂ ਜਗਾਈ ਜਾਂਦੀ, ਦੀਵੇ ਕਿਉਂ ਜਗਾਉਂਦੇ ਆ, ਉਹਦੇ ਬਾਰੇ ਵੀ ਇਹੀ ਮਿੱਥ ਹੈ। ਇਹੀ ਮੰਨਿਆ ਜਾਂਦਾ ਕਿ ਭਾਈ ਨਜ਼ਰਾਂ ਤੋਂ ਬਚਾਉਣ ਲਈ, ਜਾਣੀ ਕਹਿ ਲਓ ਬਦਰੂਹਾਂ ਤੋਂ ਬਚਾਉਣ ਲਈ ਇਹ ਚੀਜ਼ ਹੈ ਜਿਹੜੀ ਉਹ ਕੀਤੀ ਜਾਂਦੀ ਹੈ। ਤਾਂ ਹੁਣ ਅਸੀਂ ਚੱਪੜੀਆਂ ਭੰਨਣ ਦਾ ਵੀ ਆਪਣੇ ਕੋਲੇ ਆ ਗਿਆ, ਚੱਪੜੀਆਂ ਕਿਉਂ ਭੰਨੀਆਂ ਜਾਂਦੀਆਂ, ਕੀ ਭੰਨ ਕੇ ਲੈ ਕੇ ਜਾਂਦੇ ਆ। ਤਾਂ ਉਸ ਤੋਂ ਬਾਅਦ ਨਾ ਫਿਰ ਬੱਚਾ ਇੱਕ ਗੱਲ ਮੈਂ ਭੁੱਲ ਗਿਆ ਤੁਹਾਨੂੰ ਦੱਸਣੀ, ਵੱਟਣਾ ਵੁੱਟਾਂ ਮਲ ਕੇ ਕੇਰਾ ਤਾਂ ਨਵਾਇਆ ਜਾਂਦਾ ਨਾ। ਉਸ ਤੋਂ ਬਾਅਦ ਕਈ ਵਾਰੀ ਬੱਚਾ ਆਪ ਵੀ ਨਹਾ ਲੈਂਦਾ ਵੀ, ਮਤਲਬ ਚੰਗੀ ਤਰ੍ਹਾਂ ਆਪਦਾ ਜਿਵੇਂ ਤਰੀਕੇ ਨਾਲ ਵੀ ਆਪਦਾ ਜਿਹੜਾ ਹੁਣ ਦਾ ਨਹਾਉਣਾ ਹੈ, ਜੇ ਸਾਬਣ ਲਾਉਣਾ ਲਾਲੇ ਸਾਬਣ, ਜੇ ਬਗੈਰ ਸਾਬਣ ਤੋਂ ਨਹਾਉਣਾ ਕੋਈ ਬਾਡੀ ਵਾਸ਼ ਵਗੈਰਾ, ਉਹ ਵਰਤ ਕੇ ਤੇ ਨਹਾ ਲੈਂਦਾ। ਕਿਉਂਕਿ ਅੱਜ ਕੱਲ੍ਹ ਗੁਸਲਖਾਨੇ ਬਣੇ ਹੋਏ ਆ, ਕਈ ਵਾਰੀ ਉੱਥੋਂ ਠਾ ਕੇ ਗਿੱਲੇ ਨੂੰ ਹੀ ਮਤਲਬ ਕਿ ਬੱਚੇ ਨੂੰ ਚੱਕ ਕੇ ਜਿਹਦਾ ਵਿਆਹ ਹੈਗਾ ਮਾਮਾ ਗੁਸਲਖਾਨੇ ਤੱਕ ਲੈ ਜਾਂਦਾ ਵੀ ਚੱਲ ਭਾਈ ਇੱਥੇ ਨਾਲ। ਸੋ ਇਹਦੇ ਵਿੱਚ ਕੋਈ ਗਲਤ ਗੱਲ ਨਹੀਂ ਹੈ। ਤੇ ਇਹ ਬਸ ਇੱਕ ਗੱਲ ਹੋਰ ਦੱਸਣਾ ਦਾ ਤੁਹਾਨੂੰ, ਇਹ ਰਿਵਾਜ ਅੱਜ ਤੱਕ ਬਰਕਰਾਰ ਹੈ, ਜਦ ਕਿ ਗੁਸਲਖਾਨੇ ਵੀ ਬਣੇ ਆ ਔਰ ਬੱਚੇ ਕਈ ਵੱਟਣਾ ਲਾਇਕ ਵੀ ਨਹੀਂ ਕਰਦੇ, ਪਸੰਦ ਵੀ ਨਹੀਂ ਕਰਦੇ। ਪਰ ਨਹੀਂ, ਇਹ ਇੱਕ ਬਹੁਤ ਵਧੀਆ ਰਸਮ ਦੇ ਤੌਰ ਤੇ ਪੰਜਾਬੀ ਵਿਆਹਾਂ ਦੀ ਇੱਕ ਬਹੁਤ ਹੀ ਜ਼ਰੂਰੀ ਰਸਮ ਹੋਣ ਦੇ ਨਾਤੇ ਅੱਜ ਵੀ ਬਰਕਰਾਰ ਹੈ। ਅੱਜ ਵੀ ਅਸੀਂ ਲੜਕੇ ਤੇ ਲੜਕੀ ਨੂੰ ਨਵਾਉਣੇ ਆ, ਉਸੇ ਤਰੀਕੇ ਨਾਲ ਹੀ ਨਵਾਉਣੇ ਆ। ਹਾਂ, ਉਸ ਤੋਂ ਬਾਅਦ ਫਿਰ ਆਪਦਾ ਜਿਹੜਾ ਅੱਜ ਕੱਲ੍ਹ ਦਾ ਪ੍ਰਚਲਿਤ ਹੈਗਾ, ਉਸ ਤੋਂ ਬਾਅਦ ਨਹਾ ਧੋ ਕੇ ਉਹ ਕੀ ਕਹਿ ਲਓ ਕਿ ਆਪਣੇ ਕੱਪੜੇ ਕੁੱਪੜੇ ਪਾ ਲੈਂਦੇ ਆ। ਹੁਣ ਜੇ ਤਾਂ ਉਸੇ ਦਿਨ ਹੀ, ਜਿਸ ਦਿਨ ਜੰਮ ਜਾਣਾ, ਉਸੇ ਦਿਨ ਹੀ ਨਾਈ ਧੋਈ ਹੋਈ ਹੈ ਸੁਬਾਹ,
ਤਾਂ ਫਿਰ ਭਾਈ ਉਹ ਆਪਣੇ ਕੱਪੜੇ ਜਿਹੜੇ ਵਿਆਹ ਵਾਲੇ ਕੱਪੜੇ ਆ ਉਹ ਪਾ ਕੇ ਲੜਕਾ ਚਲਾ ਜਾਂਦਾ ਜਾਂ ਲੜਕੀ ਚਲੀ ਜਾਂਦੀ ਹੈ। ਜੇ ਇੱਕ ਦਿਨ ਪਹਿਲਾਂ ਮਤਲਬ ਇਹ ਚੀਜ਼ ਇਹ ਰਸਮ ਹੋ ਜਾਂਦੀ ਹੈ ਤਾਂ ਕੋਈ ਗਲਤ ਗੱਲ ਨਹੀਂ, ਅਗਲੇ ਦਿਨ ਉੱਠ ਕੇ ਉਹ ਕੱਪੜੇ ਪਾ ਕੇ ਆਪਦਾ ਤਿਆਰ ਬਿਆਰ ਹੋ ਕੇ ਚਲੇ ਜਾਂਦੇ ਆ। ਇੱਕ ਹੁਣ ਰਸਮ ਆ ਗਈ, ਮੈਂ ਤਾਂ ਇਹ ਤੁਹਾਨੂੰ ਦੱਸਿਆ ਕਿ ਸੁਰਮਾ ਪਾਉਣਾ ਇੱਕ ਰਸਮ ਹੈਗੀ ਹੈ। ਹੁਣ ਇਹ ਜਿਹੜੀ ਰਸਮ ਇਹ ਮੁੰਡੇ ਵਾਲੇ ਦੇ ਘਰੇ ਨਿਭਾਈ ਜਾਂਦੀ ਹੈ, ਸਿਰਫ ਕੁੜੀਆਂ ਦੇ ਘਰੇ ਜਿਹਦਾ ਕੁੜੀ ਦਾ ਵਿਆਹ ਉੱਥੇ ਨਹੀਂ, ਠੀਕ ਹੈ। ਮੁੰਡੇ ਦੇ ਵਿਆਹ ਦੇ ਵਿੱਚ ਇਹ ਰਸਮ ਨਿਭਾਈ ਜਾਂਦੀ ਹੈ। ਤਾਂ ਕੀ ਕੀਤਾ ਜਾਂਦਾ ਕਿ ਜਦੋਂ ਤਿਆਰ ਹੋ ਜਾਂਦਾ ਨਾ ਮੁੰਡਾ ਜਿਹਦਾ ਵਿਆਹ ਹੈਗਾ, ਪਾਲ ਕਹਿੰਦਾ ਜਨ ਸਾਰੀ ਤਿਆਰ ਹੋ ਜਾਂਦੀ ਹੈ ਤੇ ਚੜ੍ਹਨਾ ਹੀ ਹੈ। ਜਦੋਂ ਫਾਈਨਲ ਕੱਪੜੇ ਉਸਨੇ ਪਾ ਕੇ ਐਂ ਬਿਲਕੁਲ ਰੈਡੀ ਹੋ ਕੇ ਟਸ਼ਨ ਬਸ਼ਨ ਆਪਦੇ ਜੋ ਵੀ ਕਰਾ ਕੇ ਉਹ ਆ ਕੇ ਬੱਚਾ ਫਿਰ ਉਸ ਨੂੰ ਅੱਜ ਕੱਲ੍ਹ ਕੁਰਸੀ ਤੇ ਬਿਠਾ ਦਿੱਤਾ ਜਾਂਦਾ ਹੈ। ਪਹਿਲਾਂ ਮੂੜਾ ਹੁੰਦਾ ਸੀਗਾ, ਮੂੜਾ ਜਾਣਦੇ ਹੋ ਤੁਸੀਂ? ਉਹ ਕਾਨੇ ਦਾ ਬਣੀ ਹੋਈ ਇੱਕ ਕੁਰਸੀ ਜੀ, ਇੱਕ ਮਤਲਬ ਕਿ ਹੁੰਦੀ ਹੈ ਤਰ੍ਹਾਂ ਦਾ ਸਟੂਲ ਜਿਹਾ ਜਿਵੇਂ ਹੁੰਦਾ ਹੈ ਨਾ, ਉਹਨੂੰ ਮੂੜਾ ਕਹਿੰਦੇ। ਮੂੜੇ ਤੇ ਬਿਠਾ ਲੈਂਦੇ ਸੀ ਕਿਉਂਕਿ ਉਹਦੇ ਚਾਰੇ ਪਾਸੇ ਸਾਰਿਆਂ ਨੇ ਖੜਨਾ ਹੁੰਦਾ ਸੀ। ਤਾਂ ਇਹ ਰਸਮਾਂ ਇਕੱਠੀਆਂ ਹੁੰਦੀਆਂ ਸੀ, ਪਰ ਮੈਂ ਤੁਹਾਨੂੰ ਇੱਕੋ ਹੀ ਰਸਮ ਸੁਰਮਾ ਪਾਉਣ ਵਾਲੀ ਦੱਸਦਾ ਇਹ, ਕਿਉਂਕਿ ਉਸ ਟਾਈਮ ਸਾਰਾ ਸਿਹਰਾ ਵੀ ਬੰਨ੍ਹਿਆ ਜਾਂਦਾ ਸੀਗਾ, ਗਾਨੇ ਵੀ ਪਾਏ ਜਾਂਦੇ ਸੀਗੇ, ਸਰਵਾਲੇ ਦੇ ਵੀ ਪਾਏ ਜਾਂਦੇ ਸੀਗੇ, ਫਿਰ ਸੁਰਮਾ ਪਾਇਆ ਜਾਂਦਾ ਸੀਗਾ, ਉਹ ਵੀ ਸਾਰਾ ਕੁਛ ਹੈ ਨਾ। ਪਰ ਮੈਂ ਤੁਹਾਨੂੰ ਇੱਕ ਸੁਰਮਾ ਦੱਸਦਾ, ਆਪਾਂ ਅਗਲੇ ਅੰਕ ਦੇ ਵਿੱਚ ਨਾ ਇਹ ਸਾਰੀ ਚੀਜ਼ ਇਕੱਠੀ, ਜਿਹਦੇ ਵਿੱਚ ਮੈਂ ਸੁਰਮਾ ਪਾਉਣਾ ਵੀ ਦੱਸੂਗਾ, ਉਹ ਵੀ ਦੱਸੂਗਾ ਤੁਹਾਨੂੰ। ਤਾਂ ਸੁਰਮੇ ਬਾਰੇ ਕੀ ਹੈਗਾ ਹੈ ਕਿ ਮੁੰਡੇ ਦੀ ਭਰਜਾਈ, ਉਸ ਨੂੰ ਇਹ ਹੱਕ ਦਿੱਤਾ ਗਿਆ ਕਿ ਭਾਈ ਤੂੰ ਆਪਦੇ ਦਿਓਰ ਦੀ ਅੱਖ ਦੇ ਵਿੱਚ ਸੁਰਮਾ ਪਾਉਣਾ। ਇੱਕ ਹੋਰ ਗੱਲ ਦੱਸਦਾ, ਕਿਉਂਕਿ ਅੱਜ ਕੱਲ੍ਹ ਦੇ ਕਈ ਬੱਚੇ ਸੁਰਮਾ ਵੈਸੇ ਪਾਉਂਦੇ ਨੇਗੇ, ਪਰ ਉਹਨਾਂ ਨੂੰ ਇਹ ਵੀ ਨਹੀਂ ਪਤਾ ਹੋਣਾ ਸੁਰਮਾ ਹੁੰਦਾ ਕੀ ਹੈ। ਦੇਖੋ ਭਾਈ, ਸੁਰਮਾ ਹੁੰਦਾ ਹੈ ਇੱਕ ਖਾਸ ਤਰ੍ਹਾਂ ਦਾ ਪੱਥਰ ਹੁੰਦਾ ਹੈ ਜਿਹੜਾ ਕਾਲੇ ਰੰਗ ਦਾ ਹੁੰਦਾ ਹੈ, ਉਹ ਪਹਾੜਾਂ 'ਚ ਵੀ ਮਿਲਦਾ ਹੈ। ਉਸ ਨੂੰ ਨਾ ਪੱਥਰ ਨੂੰ ਬਹੁਤ ਬਰੀਕ ਤੋਂ ਵੀ ਉੱਪਰ ਇੱਕ ਮਹੀਨ ਹੁੰਦਾ ਹੈ, ਮਹੀਨ ਲਫ਼ਜ਼, ਉਸ ਨੂੰ ਇੱਕ ਕੀ ਕਹਿੰਦੇ ਹੁੰਦੇ ਆ ਘੋਟਣੇ ਦੇ ਨਾਲ, ਘੋਟਣਾ ਨਹੀਂ ਕਿਹਾ ਜਾ ਸਕਦਾ, ਇੱਕ ਮਾਮ ਜਸਤਾ ਟਾਈਪ ਹੁੰਦਾ ਲੰਬਾ ਜਿਹਾ, ਉਸ ਨੂੰ ਉਸ ਦੇ ਵਿੱਚ ਨਾ ਆਏ ਕਰਕੇ ਕੁੱਟਦੇ ਆ। ਪਹਿਲਾਂ ਡਲੀਆਂ ਹੁੰਦੀਆਂ, ਫਿਰ ਉਹਨੂੰ ਕੁੱਟਦੇ ਆ, ਬਰੀਕ ਕਰਦੇ ਆ, ਉਸ ਨੇ ਫਿਰ ਬਰੀਕ ਕਰਦੇ ਆ। ਬਹੁਤ ਇੱਕ ਤਰੀਕਾ ਹੁੰਦਾ, ਮੈਨੂੰ ਉਹ ਨਾ ਮਾਮ ਜਸਤੇ ਦਾ ਇੱਕ ਨਾਂ ਵੀ ਹੈਗਾ, ਮੈਨੂੰ ਉਹ ਯਾਦ ਨਹੀਂ ਆ ਰਿਹਾ, ਚਲੋ ਕੋਈ ਨਹੀਂ, ਫਿਰ ਯਾਦ ਕਰਕੇ ਦੱਸੂਗਾ ਤੁਹਾਨੂੰ। ਤੇ ਉਹਦੇ ਵਿੱਚ ਨਾ ਬਿਲਕੁਲ ਮਹੀਨ ਕੀਤਾ ਜਾਂਦਾ, ਇੱਕ ਛੋਟਾ ਜਿਹਾ ਨਾ ਪੱਥਰ ਦਾ ਹੀ ਹੁੰਦਾ ਉਹ ਬਣਿਆ ਹੋਇਆ, ਉਸ ਨੂੰ ਨਾ ਜਿਵੇਂ ਛੋਟਾ ਜਿਹਾ ਘੋਟਣਾ ਕਹਿ ਲਓ, ਬਹੁਤ ਗਲਾਈ 'ਚ ਹੁੰਦਾ ਆਪਣਾ ਸਿਰੇ ਤੋਂ, ਉਹਨੂੰ ਇਸ ਤਰੀਕੇ ਨਾਲ ਇੱਦਾਂ ਕਰਕੇ ਨਾ ਉਸ ਨੂੰ ਬਹੁਤ ਮਹੀਨ ਕੀਤਾ ਜਾਂਦਾ ਹੈ। ਬਈ ਕਰਨਾ ਹੋਇਆ ਤਾਂ ਜ਼ਰੂਰੀ ਹੈ ਕਿਉਂਕਿ ਅੱਖ 'ਚ ਪੈਣਾ। ਪਰ ਤੁਹਾਨੂੰ ਇੱਕ ਗੱਲ ਦੱਸ ਦੇਣਾ, ਸੁਰਮਾ ਜਿਹੜਾ ਹੈਗਾ ਨਾ ਇਕੱਲਾ ਸ਼ਿੰਗਾਰ ਲਈ ਨਹੀਂ ਵਰਤਿਆ ਜਾਂਦਾ, ਉਹਦੇ ਫਾਇਦੇ ਵੀ ਹੁੰਦੇ ਸੀਗੇ। ਉਹ ਕਈ ਸੁਰਮੇ ਦੇ ਵਿੱਚ, ਉਨੇ ਹੀ ਸੁਰਮਿਆਂ ਦੇ ਵਿੱਚ ਥੋੜ੍ਹੀ ਬਹੁਤੀ ਅੱਖਾਂ 'ਚ ਪਾਉਣ ਵਾਲੀ ਕੋਈ ਦਵਾਈ ਨੁਮਾ ਆਯੁਰਵੈਦਿਕ ਦਵਾਈ ਉਹ ਪਾ ਦਿੱਤੀ ਜਾਂਦੀ ਸੀ ਅੱਖਾਂ 'ਚ ਪਾਉਣ ਨਾਲ ਉਸ ਦੀ ਨਿਗਾਹ ਜਿਹੜੀ ਹੈਗੀ ਆ ਕਾਫੀ ਬਣੀ ਰਹਿੰਦੀ ਸੀ। ਚਲੋ ਖੈਰ, ਪਹਿਲਾਂ ਵਿਕਦੇ ਵੀ ਹੁੰਦੇ ਸੀ ਸੁਰਮੇ, ਤੁਹਾਨੂੰ ਸ਼ਾਇਦ ਕਈਆਂ ਨੂੰ ਯਾਦ ਹੋਊਗਾ, ਬੱਸ ਦੇ ਵਿੱਚ ਸੁਰਮੇ ਵੇਚਦੇ ਹੁੰਦੇ ਸੀ, ਉਹ ਕੱਚ ਦੇ ਸੁਰਮਚੂ ਆ ਗਏ ਸੀ। ਸੁਰਮਚੂ ਵੀ ਬੜੀ ਵਧੀਆ ਲਫ਼ਜ਼ ਆ, ਵੀ ਬੜੇ ਦੇਰ ਬਾਅਦ ਮੈਂ ਵਰਤਿਆ। ਸੁਰਮਚੂ ਹੁੰਦਾ ਹੈ, ਹੁਣ ਇੱਕ ਸੁਰਮੇਦਾਨੀ ਹੋ ਗਈ, ਇੱਕ ਸੁਰਮਾ ਹੋ ਗਿਆ ਉਹਦੇ ਵਿੱਚ, ਤੇ ਇੱਕ ਸੁਰਮਚੂ ਹੋ ਗਿਆ। ਜਿਹੜੀ ਸੁਰਮੇਦਾਨੀ ਹੈ ਨਾ, ਬਹੁਤ ਸੋਹਣੀ ਪਿੱਤਲ ਦੀ ਬਣੀ ਹੋਈ, ਇੱਕ ਮੈਂ ਹੁਣ ਕਿਸ ਤਰ੍ਹਾਂ ਤੁਹਾਨੂੰ ਦੱਸਾਂ, ਜਿਵੇਂ ਗੜਵੀ ਬਣੀ ਹੁੰਦੀ ਹੈ ਨਾ, ਛੋਟੀ ਜਿਹੀ ਗੜਵੀ ਨੁਮਾ ਹੁੰਦੀ ਸੀ, ਤੇ ਉਹਦੇ ਉੱਪਰ ਇੱਕ ਸੁਰਮਚੂ ਹੁੰਦਾ ਸੀਗਾ। ਸੁਰਮਚੂ ਜਿਹੜਾ ਸੀਗਾ ਨਾ, ਉਹਦੇ ਨਾਲ ਨਾ ਜਿਵੇਂ ਸਕਰੂ ਕੱਸੀ ਦਾ ਹੁੰਦਾ ਨਾ, ਐਂ ਚੂੜੀਆਂ ਹੁੰਦੀਆਂ ਸੀ, ਤੇ ਉਹਦੇ ਵਿੱਚ ਸੁਰਮਚੂ ਬਣਿਆ ਹੁੰਦਾ ਸੀਗਾ, ਤੇ ਉਵੇਂ ਦਾ ਉਵੇਂ ਵਿੱਚ ਲੱਗ ਜਾਂਦਾ ਸੀ, ਉਵੇਂ ਨੂੰ ਖੋਲ ਲੈਂਦੇ ਸੀ। ਪਰ ਮੇਰੀ ਨਾਨੀ ਨੇ ਦੱਸਿਆ ਸੀਗਾ ਕਿ ਇਹ ਜਿਹੜਾ ਸੁਰਮੇਦਾਨੀ ਨਾ ਬਹੁਤ ਸ਼ਿੰਗਾਰੀ ਵੀ ਪਿੱਤਲ ਦੀ ਜਿਹੜੀ ਬਣਨ ਲੱਗੀ, ਉਸ ਤੋਂ ਪਹਿਲਾਂ ਇੱਕ ਵੈਸੇ ਜਿਵੇਂ ਦਵਾਤ ਹੁੰਦੀ ਹੈ ਨਾ, ਐਂ ਡੱਬੀ ਹੁੰਦੀ ਸੀਗੀ, ਤੇ ਸੁਰਮਚੂ ਅਲੱਗ ਹੁੰਦਾ ਸੀਗਾ। ਤਾਂ ਉਸ ਦਵਾਤ ਦੇ ਵਿੱਚੋਂ ਜਿਵੇਂ ਆਪਾਂ ਟੋਭਾ ਲੈ ਕੇ ਪੈਨ ਲਿਖਦੇ ਰਹੇ ਹਾਂ ਨਾ ਸਾਰੇ ਜਣੇ, ਤਾਂ ਉਹ ਸੁਰਮਚੂ ਉਹਦੇ ਵਿੱਚ ਪਾ ਕੇ ਉਹਦੇ ਉੱਤੇ ਸੁਰਮਾ ਲੱਗ ਜਾਂਦਾ ਸੀ, ਤੇ ਉਹਨੂੰ ਅੱਖ ਦੇ ਵਿੱਚ ਪਾਇਆ ਜਾਂਦਾ ਸੀ। ਤਾਂ ਦੇਖੋ, ਚਲੋ ਮੈਂ ਜਿਹੜੀ ਸੁਰਮੇਦਾਨੀ ਦੇਖੀ ਆ, ਉਹ ਸੁਰਮੇਦਾਨੀ ਬਹੁਤ ਹੀ ਸੋਹਣੀ ਸੁਰਮੇਦਾਨੀ, ਜਿਹਦੇ ਹੇਠਾਂ ਮਤਲਬ ਉਹਨੂੰ ਖੜਨ ਦੇ ਲਈ ਪੂਰੀ ਗੋਲ ਜਿਹੜਾ ਉਹਦਾ ਧਰਾਤਲ ਹੁੰਦਾ ਸੀਗਾ, ਉਸ ਤੋਂ ਫਿਰ ਉੱਪਰ ਉਸ ਦੀ ਢੋਲਕੀ ਬਣੀ ਹੁੰਦੀ ਸੀ ਜਿਸ 'ਚ ਸੁਰਮਾ ਹੁੰਦਾ ਸੀ, ਤੇ ਫਿਰ ਉਦੋਂ ਉੱਪਰ ਉਹ ਇਸ ਤਰ੍ਹਾਂ ਕਰਕੇ ਨਾ ਬਰੀਕ ਜਿਹਾ ਮੂੰਹ ਬਣ ਜਾਂਦਾ ਸੀ ਉਹਦਾ, ਤਾਂ ਉਸ ਦੇ ਵਿੱਚ ਸੁਰਮਚੂ ਹੁੰਦਾ ਸੀ। ਹੁਣ ਸੁਰਮਚੂ ਨੂੰ ਲਬੇੜ ਕੇ, ਤੇ ਭਾਬੀ ਜਿਹੜੀ ਹੁੰਦੀ ਸੀ ਮੁੰਡੇ ਦੀ, ਉਹਦੀ ਅੱਖ ਦੇ ਵਿੱਚ
ਸੁਰਮਾ ਪਾਉਂਦੀ ਸੀ। ਹੁਣ ਸੁਰਮਾ ਪਾਉਣ ਨਾਲ ਨਾ ਜਿਹੜੀ ਅੱਖ ਹੁੰਦੀ ਆ ਪਾਸਿਆਂ ਤੋਂ ਕਾਲੇ ਰੰਗ ਦੀ ਹੋ ਜਾਂਦੀ ਹੈ, ਜਿਹੜੀ ਕਿ ਬਹੁਤ ਸੁਹੱਪਣ ਦੇ ਵਿੱਚ ਵਾਧਾ ਕਰਦੀ ਹੈ, ਖਾਸ ਕਰ ਲੜਕੀ ਦੇ ਸੁਹੱਪਣ ਦੇ ਵਿੱਚ ਵੀ ਤੇ ਲੜਕੇ ਦੇ ਵੀ। ਸੋ ਇਹ ਚੀਜ਼ ਹੈ ਨਾ ਜਿਹੜੀ ਵੈਸੇ ਮੈਂ ਤੁਹਾਨੂੰ ਦੱਸ ਦਿੰਦਾ, ਅੱਜ ਕੱਲ੍ਹ ਮੈਂ ਇੱਕ ਵਿਆਹ ਦੇਖਿਆ, ਉੱਥੇ ਸੁਰਮਾ ਪਾਇਆ ਸੀ ਕੁੜੀ ਦੇ ਵੀ, ਪਰ ਕੁੜੀ ਦੀ ਭਰਜਾਈ ਦੇ ਨਹੀਂ ਸੀ ਪਾਇਆ। ਮੈਂ ਉਸ ਰਿਵਾਜ ਬਾਰੇ ਵੀ ਨਹੀਂ ਕਦੇ ਪੜ੍ਹਿਆ, ਨਾ ਕਦੇ ਸੁਣਿਆ, ਨਾ ਕਦੇ ਦੇਖਿਆ। ਠੀਕ ਹੈ, ਤਾਂ ਹੋ ਸਕਦਾ ਕਿਉਂਕਿ ਲੜਕਾ ਲੜਕੀ ਭਾਈ ਆਪਣੇ ਆਪ ਨੂੰ ਬਰਾਬਰ ਸਮਝਦੇ ਆ, ਹੋ ਸਕਦੀਆਂ ਸਾਡੀਆਂ ਜਿਹੜੀਆਂ ਇਹ ਰਹੁ ਰੀਤੀ ਰਿਵਾਜ ਨੇ ਸਾਡੇ ਜਿਹੜੇ, ਉਹ ਵੀ ਬਰਾਬਰ ਦੇ ਹੋਣ ਲੱਗੇ ਹੋਣ। ਤਾਂ ਹੁਣ ਮੈਂ ਤੁਹਾਨੂੰ ਦੱਸਦਾ, ਉਦੋਂ ਜਦੋਂ ਫਿਰ ਭਰਜਾਈ ਆ ਕੇ ਤੇ ਉਹ ਮਤਲਬ ਕਿ ਸੁਰਮਾ ਪਾਉਂਦੀ ਹੈ, ਉਹ ਸੁਰਮੇਦਾਨੀ ਖੋਲ ਕੇ ਸੁਰਮਚੂ ਦੇ ਨਾਲ, ਤਾਂ ਉਸ ਟਾਈਮ ਗੀਤ ਵੀ ਗਾਏ ਜਾਂਦੇ ਆ। ਤੇ ਭਰਜਾਈ ਵੱਲੋਂ ਖਾਸ ਕਰ ਗੀਤ ਇੱਕ ਗਾਇਆ ਜਾਂਦਾ, ਜੇ ਮੈਨੂੰ ਯਾਦ ਆ ਗਿਆ, ਪਹਿਲੀ ਸਲਾਈ ਰਸ ਭਰੀ ਦਿਓਰਾ, ਇੱਦਾਂ ਕਰਕੇ ਜੇ ਗਾਇਆ ਜਾਂਦਾ। ਜੇ ਮਤਲਬ ਮੋਹਰਾਂ ਦੇਵੇਂ ਚਾਰ, ਇੱਦਾਂ ਕਰਕੇ ਮੈਂ ਪੂਰਾ ਗਾ ਵੀ ਸਕਦਾ, ਪਰ ਆਪਣੇ ਕੋਲ ਵਕਤ ਦੀ ਕਮੀ ਹੈ। ਤਾਂ ਉਹ ਇਸ ਤਰ੍ਹਾਂ ਕਰਕੇ ਫਿਰ ਉਹ ਗਾਉਂਦੀ ਹੈ। ਫਿਰ ਉਸ ਤੋਂ ਬਾਅਦ ਨਾ ਜਦੋਂ ਸੁਰਮਾ ਪਾ ਦਿੰਦਾ ਤਾਂ ਫਿਰ ਜਿਹੜਾ ਲੜਕਾ ਹੈ ਨਾ, ਫਿਰ ਆਪਦਾ ਜੇਬ ਫਰੋਲਦਾ ਹੈ, ਫਿਰ ਆਪਦਾ ਬਟੂਆ ਕੱਢਦਾ ਹੈ ਜੀ, ਉਸ ਦੇ ਵਿੱਚੋਂ ਫਿਰ ਕੁਛ ਪੈਸੇ ਆ ਜਿਹੜੇ ਉਹ ਭਰਜਾਈ ਨੂੰ ਦਿੰਦਾ ਹੈ ਧੰਨਵਾਦ ਦੇ ਤੌਰ ਉੱਤੇ। ਇਹ ਇੱਕ ਰਿਵਾਜ ਹੀ ਹੈ, ਭਰਜਾਈ ਦਾ ਹੱਕ ਹੈ ਸੁਰਮਾ ਪਾਉਣਾ, ਤੇ ਉਹਦਾ ਭਾਈ ਜਿਹੜਾ ਹੱਕ ਬਣਦਾ ਉਹਨੂੰ ਫਿਰ ਦਿੰਦਾ ਉਹ ਲੜਕਾ ਥੋੜ੍ਹੇ ਬਹੁਤੇ ਪੈਸੇ। ਵੈਸੇ ਦੇਖੋ ਤੁਸੀਂ, ਉਹ ਗੀਤ ਦੇ ਵਿੱਚ ਇਹ ਆਉਂਦਾ ਵੀ ਦੂਜੀ ਸਲਾਈ ਤਾਂ ਪਾਵਾਂ ਜੇ ਮੋਹਰਾਂ ਦੇਵੇਂ ਚਾਰ, ਹੈ ਨਾ। ਉਸ ਵਕਤ ਮੋਹਰਾਂ ਜਿਹੜੀਆਂ ਹੁੰਦੀਆਂ ਸੀ ਨਾ, ਉਹ ਸੋਨੇ ਦਾ ਬਣੀਆਂ ਹੋਈਆਂ ਪਤਲੇ ਦੇ ਸੋਨੇ ਦੀਆਂ ਇੱਕ ਤਰ੍ਹਾਂ ਦੀਆਂ ਟੂਮਾਂ ਹੁੰਦੀਆਂ ਸੀਗੀਆਂ। ਜਿਹੜੀਆਂ ਮੋਹਰਾਂ ਜਿਹੜੀਆਂ ਸੀਗੀਆਂ ਨਾ, ਉਹਦੇ ਵਿੱਚ ਕਾਲੇ ਰੰਗ ਦਾ ਧਾਗਾ ਪਾ ਕੇ ਜਿੰਨੀ ਕੋਈ ਅਮੀਰ ਮਤਲਬ ਆਪਦੀ ਹੁੰਦੇ ਸੀਗੇ, ਆਪਣਾ ਪੇਰੈਂਟਸ ਜਦੋਂ ਕਿ ਮਾਪੇ ਸੀ, ਉਹ ਆਪਦੀ ਕੁੜੀ ਨੂੰ ਉਹ ਮੋਹਰਾਂ ਦਿੰਦੇ ਹੁੰਦੇ ਸੀਗੇ। ਤੇ ਮੋਹਰਾਂ ਹੁੰਦੀਆਂ ਸੀ ਜਿਵੇਂ ਇੱਕ ਹੁੰਦਾ ਨਾ ਆਪਣਾ ਕਹਿ ਲਓ ਕਿ ਠਿਆਨੀ ਕੁ ਜਿੱਡੀਆਂ, ਹੈ ਨਾ, ਜਾਂ ਵੱਡਾ ਜਿਹੜਾ ਰੁਪਈਆ ਹੁੰਦਾ, ਜਿਹੜਾ ਕੋਇਨ ਬਣਿਆ ਹੋਇਆ ਰੁਪਈਏ ਦਾ ਸਿੱਕਾ, ਉਹਦੀਆਂ ਹੁੰਦੀਆਂ ਸੀ, ਪਰ ਉਹਦੀਆਂ ਮੋਟੀਆਂ ਨਹੀਂ ਸੀ ਹੁੰਦੀਆਂ, ਪਤਲੀਆਂ ਹੁੰਦੀਆਂ ਸੀਗੀਆਂ। ਤਾਂ ਉਹ ਮੋਹਰਾਂ, ਉਹ ਜਿਹੜੀ ਭਰਜਾਈ ਸੀ ਨਾ, ਉਹ ਫਿਰ ਮੋਹਰਾਂ ਮੰਗਦੀ ਸੀਗੀ ਵੀ ਭਾਈ ਮੈਨੂੰ ਮੋਹਰਾਂ ਦੇ। ਪਰ ਮੋਹਰਾਂ ਤਾਂ ਨਹੀਂ, ਅੱਜ ਕੱਲ੍ਹ ਵੀ ਰਿਵਾਜ ਚੱਲਦਾ ਹੈ। ਅੱਜ ਕੱਲ੍ਹ ਜਿੱਥੇ ਭਾਈ ਜੇ ਬਾਹਰ ਹੈਗਾ ਤਾਂ ਡਾਲਰ ਦੇ ਦਿੰਦਾ ਮੁੰਡਾ, ਤੇ ਦੂਜੇ ਨਹੀਂ ਤਾਂ ਫਿਰ ਆਪਣਾ ਰੁਪਈਏ ਦੇ ਦਿੰਦਾ। ਸੋ ਇਸ ਤਰ੍ਹਾਂ ਕਰਕੇ ਲਾੜੇ ਨੂੰ ਤਿਆਰ ਕੀਤਾ ਜਾਂਦਾ ਹੈ ਜੰਨ ਦੇ ਲਈ। ਤਾਂ ਮੈਂ ਅਗਲੇ ਅੰਕ ਦੇ ਵਿੱਚ ਕਿਸ ਤਰੀਕੇ ਦੇ ਨਾਲ ਉੱਥੇ ਬੈਠ ਕੇ ਸੁਰਮਾ ਵੀ ਪਾਉਂਦੇ ਆ, ਕਿਸ ਤਰ੍ਹਾਂ ਭੈਣ ਸਿਹਰਾ ਬੰਨ੍ਹਦੀ ਹੈ, ਕਿਸ ਤਰ੍ਹਾਂ ਅਸੀਂ ਹੋਰ ਗਾਨੇ ਪਾਉਣੇ ਆ, ਕਿਸ ਤਰ੍ਹਾਂ ਸਰਵਾਲੇ ਨੂੰ ਤਿਆਰ ਕੀਤਾ ਜਾਂਦਾ, ਇਹ ਵੀ ਮੈਂ ਤੁਹਾਡੇ ਨਾਲ ਅਗਲੇ ਅੰਕ ਦੇ ਵਿੱਚ ਆਪਾਂ ਵਿਚਾਰ ਕਰਾਂਗੇ ਤੇ ਤੁਹਾਨੂੰ ਦੱਸੂਗਾ। ਤਾਂ ਅੱਜ ਲਈ ਫਿਰ ਇੰਨਾ ਹੀ, ਤੇ ਪ੍ਰਦੇਸ਼ ਟਾਈਮ ਨੂੰ ਸਬਸਕ੍ਰਾਈਬ ਕਰਨਾ ਨਹੀਂ ਭੁੱਲਣਾ, ਕਿਉਂਕਿ ਇਹ YouTube ਦਾ ਜਿਹੜਾ ਸਾਡਾ ਚੈਨਲ ਹੈ ਤੇ ਸਾਡਾ ਅਖਬਾਰ ਹੈ ਜਿਹੜਾ, ਉਹ ਵੀ ਤੁਹਾਡੇ ਤੱਕ ਉੱਪੜਦਾ ਹੈ। ਤੇ ਜੇ ਨਹੀਂ ਵੀ ਉੱਪੜਦਾ ਤਾਂ pradeshtimes.com ਤੇ ਜਾ ਕੇ ਤੁਸੀਂ ਅਖਬਾਰ ਉਹ ਪੜ੍ਹ ਸਕਦੇ ਆ। ਬੜੀਆਂ ਨਵੀਆਂ ਰੌਚਕ ਉਸ ਦੇ ਵਿੱਚ ਕਹਾਣੀਆਂ, ਜਾਣੀ ਹਰ ਇੱਕ ਤਰ੍ਹਾਂ ਦਾ ਉਸ ਦੇ ਅਖਬਾਰ ਦੇ ਵਿੱਚ ਤੁਹਾਨੂੰ ਖਬਰ ਮਿਲਦੀ ਹੈ, ਕਰੰਟ ਵੀ ਤੇ ਦੂਜੀਆਂ ਵੀ। ਠੀਕ ਹੈ, ਫਿਰ ਅੱਜ ਲਈ ਇੰਨਾ ਹੀ। ਪਰਮਪਾਲ ਵੱਲੋਂ ਸਤਿ ਸ੍ਰੀ ਅਕਾਲ, ਨਮਸਕਾਰ ਤੇ ਆਦਾਬ।